सरपंच का एक मोहर लाने जोगा रह गया जी। वो सरपंच के पल्ले कुछ नहीं है जी। ਤੁਹਾਡੀ ਤਾਂ ਆਪਣੀ ਸਰਕਾਰ ਹੈ। सरकार तो है हुण सरकार दी जो पॉलिसियां नहीं सही लगदियां सानू। फिर जो वोटां आउंदियां फिर सरपंचां नूं अगे कर दिंदे आ। ਜਦੋਂ ਇੱਕ ਆਮਦਨ ਹੀ ਸਾਡੀ ਕੱਟ ਕੇ ਛੋਟੀ ਕੀਤੀ ਜਾਵੇ ਤਾਂ ਅਸੀਂ ਪਿੰਡਾਂ ਦੇ ਵਿੱਚ ਕੀ ਵਿਕਾਸ ਕਰੋਗੇ। पैसे साढ़े नरेगा मेरा 5 लाख रुपया वापस मुड़ गया जी। अपनी सरकार होंदे होए सत्कार मिलना चाहिए, कोई नहीं मिलता है जी। इन्हों तो सानू बगानिया सरकारें चाहिए। ਇਹ ਗੁੱਸਾ ਇਹ ਨਾਰਾਜ਼ਗੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ 35 ਪਿੰਡਾਂ ਦੇ ਉਹਨਾਂ ਕਾਂਗਰਸੀ ਸਰਪੰਚਾਂ ਦੀ ਹੈ ਜੋ ਆਪਣੀ ਹੀ ਸਰਕਾਰ ਤੋਂ ਨਾਰਾਜ਼ ਨੇ। ਇਹਨਾਂ ਪਿੰਡਾਂ ਦੇ ਸਰਪੰਚਾਂ ਨੇ ਇਕੱਠਿਆਂ ਹੋ ਕੇ ਇੱਕ ਮੀਟਿੰਗ ਕੀਤੀ ਅਤੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਫੰਡਾਂ ਅਤੇ ਹੋਰ ਦਿੱਕਤਾਂ ਦੇ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਹੈ। ਮੀਟਿੰਗ 'ਚ ਇਹਨਾਂ ਕਾਂਗਰਸੀ ਸਰਪੰਚਾਂ ਦੀ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਵੀ ਖੁੱਲ੍ਹ ਕੇ ਦੇਖਣ ਨੂੰ ਮਿਲੀ, ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਵਿਕਾਸ ਦੇ ਕੰਮ ਕਰਵਾਉਣ ਸਮੇਂ ਤਾਂ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ, ਪਰ ਜਦੋਂ ਵੋਟਾਂ ਦਾ ਸਮਾਂ ਹੁੰਦਾ ਹੈ ਤਾਂ ਸਰਪੰਚਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਇਹੀ ਨਹੀਂ, ਇਹਨਾਂ ਪਿੰਡਾਂ ਦੇ ਲਈ ਮਨਰੇਗਾ ਤਹਿਤ ਆਉਣ ਵਾਲਾ ਪੈਸਾ ਵੀ ਕੇਂਦਰ ਸਰਕਾਰ ਕੋਲ ਵਾਪਸ ਚਲਿਆ ਗਿਆ। ਉੱਪਰੋਂ ਪੰਜਾਬ ਸਰਕਾਰ ਨੇ ਪੰਚਾਇਤਾਂ ਦੀ ਆਮਦਨ ਵਿੱਚ ਵੀ 30% ਦੀ ਸਰਕਾਰੀ ਕਟੌਤੀ ਦਾ ਫਰਮਾਨ ਸੁਣਾ ਦਿੱਤਾ ਹੈ। ਪਿੰਡਾਂ 'ਚ ਵਿਕਾਸ ਦੇ ਕੰਮਾਂ ਲਈ ਲੋਕ ਉਹਨਾਂ ਦਾ ਗਲਾ ਫੜਦੇ ਨੇ, ਪਰ ਅਧਿਕਾਰੀ ਸਰਕਾਰ ਉਹਨਾਂ ਨੂੰ ਪੱਲਾ ਨਹੀਂ ਫੜਾ ਰਹੇ। ਆਪਣੀਆਂ ਮੰਗਾਂ ਅਤੇ ਪਰੇਸ਼ਾਨੀਆਂ ਸੰਬੰਧੀ ਸਰਪੰਚਾਂ ਨੇ ਬਲਾਕ ਸਮਿਤੀ ਖੇੜਾ ਦੇ ਚੇਅਰਮੈਨ ਗੁਰਮੇਲ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ, ਜਿਸ ਉੱਪਰ ਚੇਅਰਮੈਨ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਦਿੱਕਤਾਂ ਨੂੰ ਦੂਰ ਕੀਤਾ ਜਾਏਗਾ ਅਤੇ ਜੇਕਰ ਕੋਈ ਅਧਿਕਾਰੀ ਇਹਨਾਂ ਨੂੰ ਪਰੇਸ਼ਾਨ ਕਰਦਾ ਹੈ ਜਾਂ ਇਹਨਾਂ ਦੀ ਗੱਲ ਨਹੀਂ ਸੁਣਦਾ ਤਾਂ ਉਸ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ। ਇਸ ਸਭ ਦੇ ਵਿੱਚ ਸਾਡੇ ਐਂਕਰ ਸੋਮ ਸੋਹਤਾ ਨੇ ਇਹਨਾਂ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਸ ਦੌਰਾਨ ਇਹਨਾਂ ਸਰਪੰਚਾਂ ਨੇ ਉਹਨਾਂ ਨਾਲ ਆਪਣਾ ਦਰਦ ਵੀ ਸਾਂਝਾ ਕੀਤਾ ਹੈ। ਆਓ ਸੁਣਦੇ ਹਾਂ ਕੀ ਕਿਹਾ ਇਹਨਾਂ ਸਰਪੰਚਾਂ ਨੇ ਅਤੇ ਚੇਅਰਮੈਨ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੋਮ ਸੋਹਤਾ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਸਰਗਰਮੀਆਂ। ਅੱਜ ਪੰਜਾਬੀ ਸਰਗਰਮੀਆਂ ਦੀ ਟੀਮ ਦੇ ਨਾਲ ਸੰਪਰਕ ਕੀਤਾ ਜੀ ਤਕਰੀਬਨ ਇੱਥੋਂ ਦੇ 35 ਪਿੰਡਾਂ ਦੇ ਸਰਪੰਚਾਂ ਨਾਲ। ਉਹਨਾਂ ਸਰਪੰਚਾਂ ਦੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਔਰ ਸਰਪੰਚਾਂ ਨੇ ਕਿਸ ਤਰ੍ਹਾਂ ਦੇ ਦੁੱਖ ਆਪਣੀ ਸਰਕਾਰ ਦੇ ਹੁੰਦਿਆਂ ਬਿਆਨ ਕੀਤੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਜ਼ਬਾਨ 'ਚ। ਬਹੁਤ ਸਾਰੇ ਪ੍ਰਸ਼ਨ ਨੇ ਜਿਨ੍ਹਾਂ ਦਾ ਅੱਜ ਜਵਾਬ ਦੇਣ ਵਾਸਤੇ ਮੇਰੇ ਨਾਲ ਸਰਬਜੀਤ ਸਿੰਘ ਜੀ ਜੋ ਬਤੌਰ ਸਰਪੰਚ ਆਪਣੇ ਏਰੀਆ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਰ, ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਸਰ ਜੀ, ਕਿਸ ਵਿਸ਼ੇ ਨੂੰ ਲੈ ਕੇ ਰੱਖੀ? सब तो पहला मैं अपने सरपंच भरावां दा जो इस मीटिंग च आए ने उन्हां दा धन्नवाद करदा ते सारे मीडिया भरावां दा धन्नवाद करदा। ते मीटिंग दा देखो ये मेन एजेंडा तो ये सीगा जी भी जिहड़ी आपां नूं अपनी पंचायती ज़मीनां हुंदियां ने जी, वो ज़मीनां दे विच पिछलियां सरकारां च कोई 10-15 साल तो ला लो, पहला 5% कटदा सीगा, फिर 10 करता, 15 करता, 20 हो गया जी जी। ਤੇ ਹੁਣ ਜੋ ਨਵੀਂ ਸਰਕਾਰ ਬਣੀ ਸੀਗੀ ਪਿੱਛੇ ਆ ਨਵੀਂ ਸਰਪੰਚ ਦੀ ਟਰਮ ਬਣੀ ਸੀਗੀ ਜੀ, ਉਹਦੇ ਵਿੱਚ ਇਹ 20 ਤੋਂ ਸਿੱਧਾ ਹੀ 30% ਲੱਗੇ ਕੱਟਣ ਜੀ। ਅੱਛਾ ਜੀ। ਹਾਂਜੀ, ਤੇ ਦੇਖੋ ਬਹੁਤ ਜਿਹੀਆਂ ਪੰਚਾਇਤਾਂ ਨੇ ਜਿਨ੍ਹਾਂ ਕੋਲ ਜ਼ਮੀਨ ਦੀ ਜੋ ਬੋਲੀ ਹੈ ਉਹ ਬਹੁਤ ਹੀ ਘੱਟ ਹੈ ਜੀ। ਕਿਸੇ ਕੋਲ ਲੱਖ ਰੁਪਏ ਹੈ, ਕਿਸੇ ਕੋਲ 50,000 ਹੈ, ਕਿਸੇ ਕੋਲ 2 ਲੱਖ ਹੈ ਜੀ। ਜੇ ਉਸ ਤੋਂ ਵੀ ਬੰਦਾ ਮੰਨ ਲਓ ਲੱਖ ਰੁਪਏ ਦੀ ਬੋਲੀ ਹੈ, ਉਸ ਤੋਂ ਬੰਦਾ 30% ਕਟਾ ਦਿੰਦਾ ਹੈ ਤਾਂ 70,000 ਦੇ ਵਿੱਚ ਬੰਦਾ ਦੱਸੋ ਪੂਰਾ ਸਾਲ ਕਿੱਥੋਂ ਕੀ ਵਿਕਾਸ ਕਰੂਗਾ, ਕੀ ਲੋਕਾਂ ਦੀਆਂ ਸਮੱਸਿਆ ਸੁਣੂਗਾ। ਦੇਖੋ ਸਰਪੰਚਾਂ ਦੇ ਬਹੁਤ ਖਰਚੇ ਹੁੰਦੇ ਹਨ, ਅਜਿਹੇ ਖਰਚੇ ਹੁੰਦੇ ਹਨ ਜੋ ਵਿੱਚ ਆਪਾਂ ਪਾ ਵੀ ਨਹੀਂ ਸਕਦੇ ਕਾਗਜ਼ ਪੱਤਰਾਂ 'ਚ। ਬਿਲਕੁਲ। ਤੇ ਹੋਰ ਜੋ ਪਿੰਡਾਂ ਦੀ ਛੋਟੀ ਮੋਟੀ ਕੋਈ ਟੁੱਟ ਮੁਰੰਮਤ ਹੁੰਦੀ ਹੈ, ਕੋਈ ਪਿੰਡ ਦੀ ਸਫਾਈ ਕਰਾਉਣੀ ਹੈ, ਕੋਈ ਹੋਰ ਕੋਈ ਕੰਮਕਾਰ ਕਰਨਾ ਹੈ, ਉਹ ਸਾਰਾ ਸਰਪੰਚ ਦੇ ਬੋਝ ਪੈਂਦਾ ਇਹ ਕੰਮ ਤਾਂ। ਦੇਖੋ ਸਰਬਜੀਤ, ਜੋ ਵੀ ਪਿੰਡ ਦੇ ਵਿਕਾਸ ਦੀ ਗੱਲ ਹੋਏਗੀ, ਜਦੋਂ ਤੁਹਾਨੂੰ ਚੁਣਿਆ ਗਿਆ ਤੇ ਉਹ ਤੁਹਾਨੂੰ ਹੀ ਕਹਿਣਗੇ ਕਿ ਸਰਬਜੀਤ ਆਹ ਕੰਮ ਨਹੀਂ ਹੋ ਰਿਹਾ, ਇਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਪੱਲੇ ਕੁਝ ਨਹੀਂ ਹੋਏਗਾ ਤੇ ਤੁਸੀਂ ਕਿੱਥੋਂ ਕਰੋਗੇ? ਉਹੀ ਤਾਂ ਗੱਲ ਕਰਦੇ ਵੀ ਜੇ ਸਾਡੇ ਕੋਈ ਪੱਲੇ ਹੋ ਗਿਆ, ਦੇਖੋ ਸਰਪੰਚ ਆਪਣੇ ਘਰੋਂ ਤਾਂ ਨਹੀਂ ਲਾ ਸਕਦਾ ਜੀ ਕੁਝ, ਬਿਲਕੁਲ ਆਪਣੀ ਜੇਬ 'ਚ ਕੋਈ ਵੀ ਨਹੀਂ ਲਾ ਸਕਦਾ ਜੀ। ਤੋਂ ਇਹ ਤਾਂ ਸਰਕਾਰ ਦੀਆਂ ਹੀ ਹੁੰਦੀਆਂ ਹਨ ਵੀ ਇਹ ਸਰਪੰਚਾਂ ਦੀ ਜੋ ਜ਼ਰੂਰਤ ਹੈ, ਮੰਗ ਹੈ ਵੀ ਇਹਨੂੰ ਪੂਰਾ ਕਰ ਸਕੇ। ਨਹੀਂ, ਤੁਹਾਡੀ ਤਾਂ ਆਪਣੀ ਸਰਕਾਰ ਹੈ ਸਰ, ਤੁਹਾਡੀ ਤਾਂ ਆਪਣੀ ਸਰਕਾਰ ਹੈ। ਸਰਕਾਰ ਤਾਂ ਹੈ, ਹੁਣ ਸਰਕਾਰ ਦੀਆਂ ਜਿਹੜੀ ਪਾਲਿਸੀਆਂ ਇਹ ਨਹੀਂ ਸਹੀ ਲੱਗਦੀਆਂ ਸਾਨੂੰ। ਕਾਂਗਰਸ ਸਰਕਾਰ ਦੀਆਂ ਪਾਲਿਸੀਆਂ ਤੋਂ ਖੁਸ਼ ਨਹੀਂ ਹੈ ਕਾਂਗਰਸੀ? ਨਹੀਂ ਜੀ ਨਹੀਂ ਹੈ। ਦੇਖੋ ਇਹ ਜਦੋਂ ਇਹ ਪਾਲਿਸੀ ਬਣਦੀ ਹੈ, ਕੋਈ ਨੀਚੇ ਵਾਲੇ ਲੈਵਲ ਤੋਂ ਵੀ ਕੁਝ ਗੱਲਬਾਤ ਕਰਕੇ ਸਲਾਹ ਲੈ ਕੇ ਕੁਝ ਕਰਨਾ ਚਾਹੀਦਾ ਹੈ। ਸਰਪੰਚਾਂ ਨੂੰ ਇੱਕ ਸਿਰਫ ਸਰਪੰਚ ਦਾ ਇੱਕ ਮੋਹਰ ਲਾਉਣ ਜੋਗਾ ਰਹਿ ਗਿਆ ਜੀ। ਉਹ ਸਰਪੰਚ ਦੇ ਪੱਲੇ ਕੁਝ ਨਹੀਂ ਹੈ ਜੀ।
ਸਰਪੰਚ ਦੀ ਅੱਗੇ ਚਲੋ ਪਿੰਡ ਦੇ ਵਿੱਚ ਇਲਾਕੇ 'ਚ ਪੁੱਛ ਪ੍ਰਤੀਤ ਹੁੰਦੀ, ਸਰਪੰਚ ਨੂੰ ਲੈ ਕੇ ਕੰਮ ਕਰਾਵਾਂਗੇ ਜਾ ਕੇ। ਜੀ ਹੁਣ ਲੀਡਰਾਂ ਦੇ ਸਿੱਧੇ ਆਪਣੇ ਰਾਬਤੇ ਬਣ ਗਏ ਹਨ ਪਿੰਡਾਂ ਦੇ ਵਿੱਚ ਜਾ ਕੇ। ਕੋਈ ਸਰਪੰਚ ਦੀ ਕੋਈ ਪੁੱਛ ਪ੍ਰਤੀਤ ਨਹੀਂ, ਸਭ ਆਪਣੇ ਕੰਮ ਆਪ ਕਰਾਈ ਜਾਂਦੇ ਆ। ਫਿਰ ਜਦੋਂ ਵੋਟਾਂ ਆਉਂਦੀਆਂ ਫਿਰ ਸਰਪੰਚਾਂ ਨੂੰ ਅੱਗੇ ਕਰ ਦਿੰਦੇ ਆ ਵੀ ਸਰਪੰਚ ਸਾਨੂੰ ਵੋਟਾਂ ਪਾਓ। 29 ਤੋਂ 30 ਪਿੰਡਾਂ ਦੇ ਸਰਪੰਚ ਅੱਜ ਇੱਥੇ ਬੈਠੇ ਨਜ਼ਰ ਆ ਰਹੇ ਨੇ। ਮਤਲਬ ਹਰ ਇੱਕ ਦੀ ਇੱਕੋ ਹੀ ਸਮੱਸਿਆ ਹੈ ਸਰਬਜੀ ਕਿ ਕੁਝ ਇੱਕ ਸਰਪੰਚਾਂ ਦੀਆਂ ਅਲੱਗ-ਅਲੱਗ ਪ੍ਰੋਬਲਮਸ ਹੋਣਗੀਆਂ? ਇਸ ਪ੍ਰੋਬਲਮ ਤਾਂ ਖੂਬ ਬਹੁਤ ਹੈ ਜੀ। ਇੱਕ ਤਾਂ ਮੇਨ ਹੋ ਗਈ ਇਹ ਸੈਕਟਰੀ ਵੇਸ ਜੋ ਕਰਦਾ ਹੈ, ਬਿਲਕੁਲ ਮੇਨ। ਦੂਜੀ ਪ੍ਰੋਬਲਮ ਹੈਗੀ ਮਨਰੇਗਾ ਦੀ ਜੀ। ਜੋ ਮਨਰੇਗਾ ਦਾ 40% ਮਟੀਰੀਅਲ ਆਉਂਦਾ ਹੈ ਜੀ, ਉਹ ਪਹਿਲਾਂ ਸਿੱਧਾ ਸਰਪੰਚ ਦੇ ਖਾਤੇ 'ਚ ਆਉਂਦਾ ਸੀਗਾ ਜਾਂ ਆਪਣਾ ਵੀਡੀਓ ਦਫ਼ਤਰ ਆਉਂਦਾ ਸੀ। ਬਿਲਕੁਲ ਉਹ ਆਪਣੇ ਹਿਸਾਬ ਨਾਲ ਸਰਪੰਚ ਕੰਮ ਕਰਵਾਉਂਦਾ ਸੀ ਤੇ ਪੇਮੈਂਟਾਂ ਹੋ ਜਾਂਦੀਆਂ ਸੀਗੀਆਂ ਜੀ। ਤੇ ਹੁਣ ਸਰਕਾਰ ਨੇ ਪਾਲਿਸੀ ਬਣਾਤੀ ਵੀ ਪਹਿਲਾਂ ਸਰਪੰਚ ਕੰਮ ਕਰਾਏਗਾ ਵੀ ਬਾਅਦ 'ਚ ਪੇਮੈਂਟ ਆਏਗੀ। ਬਿਲਕੁਲ ਵੀ ਦੇਖੋ ਐਡਾ ਸਰਪੰਚ ਵੀ ਕਿੱਡੇ ਕੋਈ ਧਨਾੜ ਤਾਂ ਹੁੰਦੇ ਨਹੀਂ ਵੀ ਆਪਣੀ ਜੇਬੋਂ ਪੈਸੇ ਲਾ ਕੇ ਲੇਬਰ ਨੂੰ ਦੇ ਸਕੇ ਤੇ ਮਟੀਰੀਅਲ ਵਾਲੇ ਨੂੰ ਦੇ ਸਕੇ, ਵੈਂਡਰ ਨੂੰ। ਬਿਲਕੁਲ ਇਹ ਬਹੁਤ ਵੱਡੀ ਸਮੱਸਿਆ ਹੈ ਜੀ। ਸਾਡੀ ਮੇਨ ਮੰਗ ਇਹ ਹੈ ਵੀ ਇਹ ਪੈਸਾ ਜੋ ਮਨਰੇਗਾ ਦਾ ਆਉਂਦਾ ਹੈ ਕੇਂਦਰ ਸਰਕਾਰ ਤੋਂ ਵੀ ਸਿੱਧਾ ਜਾਂ ਸਰਪੰਚ ਦੇ ਖਾਤੇ 'ਚ ਜਾਂ ਫਿਰ ਵੀਡੀਓ ਦਫ਼ਤਰ ਆਵੇ, ਉਹ ਆਪਣੇ ਹਿਸਾਬ ਨਾਲ ਕੰਮ ਕਰਵਾ ਸਕਦਾ। ਸਰ ਜੀ, ਸਰਪੰਚ ਦੇ ਖਾਤੇ ਵਿੱਚ ਡਾਇਰੈਕਟ ਕੇਂਦਰ ਸਰਕਾਰ ਕਿਉਂ ਨਹੀਂ ਪਾਉਂਦੀ? ਕੁਝ ਇੱਕ ਸਰਪੰਚਾਂ ਕਰਕੇ, ਕਿਉਂਕਿ ਦੇਖੋ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ। ਤੁਸੀਂ ਬਹੁਤ ਵਧੀਆ ਸਾਰੇ ਸਰਪੰਚ ਸਾਹਿਬਾਨ ਬਹੁਤ ਖੂਬਸੂਰਤ ਕੰਮ ਕਰ ਰਹੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਦੋਂ ਕਿਤੇ ਨਾ ਕਿਤੇ ਗੜਬੜ ਹੁੰਦੀ ਹੈ ਤੇ ਉਹ ਗਾਜ ਜਿਹੜੀ ਉਹ ਸਾਰਿਆਂ ਦੇ ਗਿਰਦੀ ਹੈ। ਚਲੋ ਪਤਾ ਕੀ ਗੱਲ ਜੀ, ਬਾਕੀ ਤਾਂ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਠੀਕ ਹੈ ਨਾ। ਹਰੇਕ ਬੰਦਾ ਬੇਈਮਾਨ ਨਹੀਂ ਹੁੰਦਾ ਜੀ। ਬਾਕੀ ਸਰਪੰਚ ਤਾਂ ਹੁਣ ਨਵੀਂ ਜੋ ਯੂਥ ਸਰਪੰਚ ਨਵੀਂ ਪੀੜ੍ਹੀ ਬਣੀ ਹੈ ਜੀ, ਇਹ ਹਰੇਕ ਜਦੋਂ ਸਰਪੰਚ ਚਾਹੁੰਦਾ ਵੀ ਮੇਰੇ ਪੱਲੇ ਦੋ ਪੈਸੇ ਲੱਗ ਜਾਣ। ਮੈਂ ਸਰਕਾਰੀ ਜ਼ਮੀਨ ਦੀ ਬੋਲੀ ਹੋ ਚੁੱਕੀ ਹੈ ਜੀ। ਸਰਕਾਰੀ ਜ਼ਮੀਨ ਦੀ ਦੇਖੋ ਜੀ ਕੁਝ ਬੋਲੀਆਂ ਪਿੰਡਾਂ 'ਚ ਹੋ ਚੁੱਕੀਆਂ ਨੇ ਜੀ, ਤੇ ਕੁਝ ਬੋਲੀਆਂ ਨਹੀਂ ਹੋਈਆਂ। ਉਹਦਾ ਮੇਨ ਕਾਰਨ ਇਹ ਹੈ ਜੀ, ਜੋ ਪਿੱਛੇ ਕਣਕ ਦੀ ਫਸਲ ਸੀਗੀ ਜੀ, ਫਸਲ ਦੇ ਵਿੱਚ ਮੌਸਮ ਦੀ ਖਰਾਬੀ ਕਾਰਨ ਬਿਲਕੁਲ ਬਹੁਤ ਹੀ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ। ਤੇ ਨੰਬਰ 2 ਕਰੋਨਾ ਦੀ ਬਹੁਤ ਭਾਰੀ ਮਾਰ ਪਈ ਹੈ। ਬਿਲਕੁਲ। ਤੇ ਨੰਬਰ 3 ਲੇਬਰ ਤਕਰੀਬਨ ਇੱਥੋਂ ਜਾ ਚੁੱਕੀ ਹੈ ਸਾਰੀ। ਬਿਲਕੁਲ, ਪ੍ਰਵਾਸੀ ਸਭ ਜਾ ਚੁੱਕੇ। ਜੋ ਝੋਨੇ ਦੀ ਫਸਲ ਸੀਗੀ ਲਗਾਉਣੀ, ਉਹ ਦੇਖੋ ਪ੍ਰਵਾਸੀ ਮਜ਼ਦੂਰਾਂ ਨੇ ਲਗਾਉਣੀ ਸੀਗੀ। ਬਿਲਕੁਲ, ਮਜ਼ਦੂਰ ਇੱਥੇ ਹੈ ਨਹੀਂ ਤੇ ਜ਼ਿਮੀਂਦਾਰਾਂ ਨੂੰ ਆਪ ਖੁਦ ਆਪਣੀਆਂ ਬੱਸਾਂ, ਕਾਰਾਂ, ਗੱਡੀਆਂ ਕਰਕੇ ਯੂਪੀ ਬਿਹਾਰ ਤੋਂ ਜਾ ਕੇ ਲੇਬਰ ਲੈ ਕੇ ਆਉਣੀ। ਅੱਛਾ ਸਰ ਜੀ, ਹੁਣ ਚਾਹੁੰਦੇ ਕੀ ਹੋ ਤੁਸੀਂ? ਕੀ ਅੱਜ ਜਿਹੜੀ ਮੀਟਿੰਗ ਕੀਤੀ ਹੈ ਤਕਰੀਬਨ 30 ਤੋਂ 35 ਸਰਪੰਚ ਪਿੰਡਾਂ ਦੇ ਨੇ, ਚਾਹੁੰਦੇ ਕੀ ਹੈ? ਕਿਸ ਤਰ੍ਹਾਂ ਮਤਲਬ ਕੀ ਡਿਮਾਂਡਸ ਹੈ ਇਹਨਾਂ ਦੀ? ਡਿਮਾਂਡਸ ਦਾ ਇਹ ਹੈ ਜੀ, ਸਾਡੀ ਮੇਨ ਡਿਮਾਂਡ ਤਾਂ ਸੈਕਟਰੀ ਵੇਸ ਦੀ ਹੈ ਵੀ ਇਹ ਜੋ 30% ਕੀਤਾ ਵੀ ਇਹਨੂੰ 20% ਹੀ ਕੱਟਿਆ ਜਾਵੇ ਤੇ ਤੀਜੀ ਡਿਮਾਂਡ ਸਾਡੀ ਇਹ, ਸਾਨੂੰ ਪਤਾ ਲੱਗਾ ਹੈ ਵੀ ਜੋ ਆਪਣਾ ਸੈਂਟਰ ਦੀ ਗ੍ਰਾਂਟ ਆਉਂਦੀ ਹੈ ਵਿੱਤ ਕਮਿਸ਼ਨ ਦੀ ਜੀ, ਉਹ ਵੀ ਪਹਿਲਾਂ 5-10% ਕੱਟਦੇ ਸੀਗੇ ਦਫ਼ਤਰ ਵਾਲੇ। ਬਿਲਕੁਲ, ਉਹ ਵੀ ਕਹਿੰਦੇ ਪਤਾ ਲੱਗਿਆ ਵੀ ਇਸ ਵਾਰ 20% ਦਫ਼ਤਰ ਕੱਟੇਗਾ, ਵੀਡੀਓ ਦਫ਼ਤਰ, ਤੇ 20% ਜ਼ਿਲ੍ਹਾ ਪਰਿਸ਼ਦ ਸੈਕਟਰੀ ਸਾਹਿਬ ਉਹ ਕੱਟਣਗੇ ਜੀ। 40% ਹੋ ਗਿਆ, ਲੱਖ ਤੋਂ 40 ਗਿਆ ਜੀ। ਤੇ ਪਿੱਛੇ ਸਰਪੰਚ 60,000 ਨਾਲ ਕੀ ਕਰੇਗਾ ਜੀ? ਬਿਲਕੁਲ ਜੀ, ਬਿਲਕੁਲ। ਸਰ ਜੀ ਦੀ ਹੀ ਪ੍ਰੋਬਲਮ ਨਹੀਂ ਹੈ, ਤਕਰੀਬਨ 30 ਤੋਂ 35 ਪਿੰਡਾਂ ਦੇ ਸਰਪੰਚ ਬੈਠੇ ਹੋਏ ਨੇ। ਹਰ ਇੱਕ ਦੀ ਇੱਕੋ ਹੀ ਸਮੱਸਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਵੀ ਅਮਾਉਂਟ ਆਉਂਦੀ ਹੈ ਉਹ ਸਿੱਧੀ ਤੇ ਸਿੱਧੀ ਜਿਹੜੀ ਹੈ ਸਰਪੰਚ ਦੇ ਖਾਤੇ ਵਿੱਚ ਪੈਣੀ ਚਾਹੀਦੀ ਹੈ। ਔਰ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਨੇ ਕਿ ਪਹਿਲਾਂ ਤੁਸੀਂ ਕੰਮ ਕਰੋ, ਫਿਰ ਮਤਲਬ ਇੰਨੇ ਕਿਸੇ ਵੀ ਪਿੰਡ ਦੇ ਸਰਪੰਚ ਵਿੱਚ ਤਾਕਤ ਨਹੀਂ ਹੈ ਕਿ ਮਟੀਰੀਅਲ ਵੀ ਖਰੀਦੇ, ਲੇਬਰ ਨੂੰ ਵੀ ਪੈਸਾ ਦੇਵੇ, ਔਰ ਉਸ ਤੋਂ ਬਾਅਦ ਕੇਂਦਰ ਸਰਕਾਰ ਉਹਨਾਂ ਨੂੰ ਕਦੋਂ ਭੇਜਦੀ ਹੈ ਇਹ ਉਹਨਾਂ ਦੀ ਨਜ਼ਰ ਰਹਿੰਦੀ ਹੈ। ਅਸੀਂ ਹੋਰ ਵੀ ਸਾਡੇ ਨਾਲ ਪਤਵੰਤੇ ਕੁਝ ਚਿਹਰੇ ਬੈਠੇ ਹੋਏ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸੋ ਦੋਸਤੋ, ਮਿਸਟਰ ਅਮਨਦੀਪ ਸਿੰਘ ਜੀ ਮੇਰੇ ਨਾਲ ਰਜਿੰਦਰਗੜ੍ਹ ਪਿੰਡ ਤੋਂ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੇ ਇਹ ਗੱਲਬਾਤ ਕਰਦੇ ਆ ਕਿ ਅਸਲ ਵਿੱਚ ਇਹ ਸਾਰੀ ਜਿਹੜੀ ਤਾਣੀ ਹੈ ਵਿਗੜੀ ਕਿਵੇਂ ਹੈ ਔਰ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਇਹਨਾਂ ਦੇ ਜ਼ਿਹਨ ਦੇ ਵਿੱਚ। ਅਮਨ ਜੀ, ਕਿਸ ਤਰ੍ਹਾਂ ਦੀਆਂ ਮੰਗਾਂ ਨੇ? ਕੀ ਮੰਗਾਂ ਨੇ ਜਿਹੜੀਆਂ ਅੱਜ ਤੱਕ ਤੁਹਾਡੀਆਂ ਸੁਣੀਆਂ ਨਹੀਂ ਜਾ ਰਹੀਆਂ? ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਪਿੰਡ ਰਜਿੰਦਰਗੜ੍ਹ ਤੋਂ ਅਮਨਦੀਪ ਸਿੰਘ ਸਰਪੰਚ, ਜੋ ਅੱਜ ਸਾਡੀ ਇੱਥੇ 30-35 ਪਿੰਡਾਂ ਤੋਂ ਸਰਪੰਚ ਸਾਹਿਬਾਨ ਆਏ ਆ, ਉਹਨਾਂ ਦੀ ਮੀਟਿੰਗ ਜੋ ਰੱਖੀ ਗਈ ਹੈ ਉਹਦੇ ਵਿੱਚ ਸਾਡੇ ਮੇਨ ਮੁੱਦੇ ਹੈਗੇ
ਇੱਕ ਤਾਂ ਜੋ ਸਾਡਾ ਫੰਡ ਟੋਟਲ ਫੰਡ ਹੁੰਦਾ ਕਿਸੇ ਵੀ ਬੇਸ ਦਾ, ਮੰਨ ਲਓ ਸਾਡੀ ਜ਼ਮੀਨ ਦਾ ਹੈਗਾ, ਬੋਲੀ ਆਉਂਦੀ ਹੈ, ਉਹਦੇ ਵਿੱਚ ਜੋ ਪਰਸੈਂਟੇਜ ਕੱਟੀ ਜਾਂਦੀ ਹੈ ਸੈਕਟਰੀ ਬੇਸਿਸ, ਉਹਦੇ ਵਿੱਚ ਪਹਿਲਾਂ ਹੈਗੀ ਸੀ ਕੋਈ 10%, ਫਿਰ ਉਸ ਤੋਂ ਬਾਅਦ 20%, ਹੁਣ ਇਹਨਾਂ ਨੇ ਪਿਛਲੀ ਵਾਰੀ ਜੋ ਕੱਟਿਆ ਸੀ ਉਹ 30% ਸੀਗਾ। ਉਹ ਸਭ ਤੋਂ ਜ਼ਿਆਦਾ ਇੱਕ ਪੰਚਾਇਤ ਨੂੰ ਜਾਂ ਇੱਕ ਪਿੰਡ ਨੂੰ ਬਹੁਤ ਵੱਡਾ ਲਾਸ ਹੈ। ਜਦੋਂ ਇੱਕ ਆਮਦਨ ਹੀ ਸਾਡੀ ਕੱਟ ਕੇ ਛੋਟੀ ਕੀਤੀ ਜਾਵੇ ਤਾਂ ਅਸੀਂ ਪਿੰਡਾਂ ਦੇ ਵਿੱਚ ਕੀ ਵਿਕਾਸ ਕਰੋਗੇ। ਅੱਜ ਅਸੀਂ ਇਸੇ ਮੁੱਦੇ ਤੇ ਇਕੱਠੇ ਹੋਏ ਹਾਂ। ਦੂਜੀ ਸਾਡੀ ਮੰਗ ਹੈਗੀ, ਜੋ ਮਨਰੇਗਾ ਦਾ ਮਟੀਰੀਅਲ 60% ਲੇਬਰ ਜਾਂਦੀ ਹੈ, 40% ਇਹਦਾ ਜੋ ਮਟੀਰੀਅਲ ਬੇਸ ਬਣਦਾ ਹੈ, ਉਹ 40% ਦੇ ਵਿੱਚ 1 ਸਾਲ ਦੇ ਵਿੱਚ ਹਰੇਕ ਪਿੰਡ ਨੂੰ ਤਕਰੀਬਨ 2, 2.5, 3, 5 ਲੱਖ ਤੱਕ ਕਹਿੰਦੇ ਇਹਦੀ ਆਮਦਨ ਹੋ ਜਾਂਦੀ ਹੈ ਜੀ। ਉਹ ਆਮਦਨ ਹੈ ਜਿਹੜੀ ਉਹ ਸਾਡੀ, ਜਦੋਂ ਅਸੀਂ ਇਹ ਚੀਜ਼ ਤੋਂ ਅਣਜਾਣ ਰਹਿ ਗਏ, ਇਹ ਸਾਡੀ ਹਰੇਕ ਸਾਲ ਬੈਕ ਚਲੀ ਜਾਂਦੀ ਹੈ ਸੈਂਟਰ ਸਰਕਾਰ ਨੂੰ ਜੀ। ਉਹਦੇ ਵਿੱਚ ਅਸੀਂ ਸਰਕਾਰ ਦੇ ਅੱਗੇ ਇੱਕ ਮੰਗ ਰੱਖਦੇ ਹਾਂ ਵੀ ਇਹ ਸਰਪੰਚਾਂ ਨੂੰ ਜਿਹੜੇ ਇਹਨਾਂ ਦੇ GSR ਹੈ ਉਹ ਇਹਨਾਂ ਨੂੰ ਜਾਗਰੂਕ ਕਰਨ। ਹੁਣ ਜਿੰਨੀ ਜਿਹੜੀ ਇੱਥੇ ਅੱਜ ਦੀ ਮੀਟਿੰਗ ਹੈ, ਇਹ 1 ਸਾਲ ਦਾ ਤਕਰੀਬਨ ਮੈਨੂੰ ਲੱਗਦਾ 35-40 ਪਿੰਡਾਂ ਦਾ ਮਟੀਰੀਅਲ ਜੋ ਪੇਮੈਂਟ ਬਣਦੀ ਉਹ ਸਾਰੀ ਬੈਕ ਚਲੀ ਗਈ ਸੈਂਟਰ ਨੂੰ। ਬਿਲਕੁਲ 8 ਤੋਂ 10 ਪਿੰਡ ਹੀ ਰਹਿ ਗਏ ਜਿਹੜੇ ਇੱਥੇ ਕਹਿੰਦੇ ਸਿਰਫ ਉਹਨਾਂ ਦਾ ਪਾਸ ਹੋਇਆ ਮਟੀਰੀਅਲ। ਦੱਸੋ, ਇਹ ਵੀ ਇੱਕ ਬਹੁਤ ਵੱਡੀ ਲਾਸ ਵਾਲੀ ਗੱਲ ਹੈ। ਇਹਦੇ ਬਾਰੇ ਵੀ ਅਸੀਂ ਇੱਕ ਮੀਟਿੰਗ ਰੱਖੀ ਹੈ। ਦੂਜਾ ਰਕਮ ਟੋਟਲ ਕਿੰਨੀ ਕੁ ਬੈਕ ਚਲ ਗਈ ਹੈ? ਇਹ ਤਾਂ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਕਿ ਆਈ ਰਕਮ ਵਾਪਸ ਜਾਵੇ। ਕਿੰਨੀ ਕੁ ਮਤਲਬ ਜਾ ਚੁੱਕੀ ਹੈ ਹੁਣ ਤੱਕ? ਦੇਖੋ, ਤੁਸੀਂ ਮੰਨ ਲਓ ਹੁਣ ਜੇ ਇੱਕ ਪਿੰਡ ਦਾ ਆਪਾਂ ਮਿਨੀਮਮ ਲੈ ਲਈਏ, ਸਾਡੇ ਬਲਾਕ ਦੇ ਜੇ ਇੱਥੇ 55 ਪਿੰਡ ਲੈ ਲਈਏ ਜੀ, 55 ਪਿੰਡਾਂ ਦਾ 3 ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਇੱਕ ਪਿੰਡ ਦਾ ਜੀ। ਤਾਂ ਇਹ ਦੇਖੋ 55 ਪਿੰਡਾਂ ਦਾ ਕਿੰਨਾ ਲਾਸ ਹੋ ਗਿਆ। ਜੇ ਇਹੀ ਸਾਡੇ GSR ਸਾਡੇ BDO ਦਫ਼ਤਰ ਤੋਂ ਸਰਪੰਚਾਂ ਨੂੰ ਅਵੇਅਰ ਕਰਿਆ ਜਾਂਦਾ ਤਾਂ ਇਹ ਸਾਡਾ ਅੱਜ ਲਾਸ ਨਹੀਂ ਸੀ ਹੋਣਾ। ਬਿਲਕੁਲ ਇਸੇ ਤਰ੍ਹਾਂ ਕਹਿੰਦੇ ਸਾਡਾ ਜਿਸ ਤਰ੍ਹਾਂ ਹੁਣ ਆਪਣੇ ਬੋਲੀਆਂ ਦੀ ਗੱਲ ਹੋ ਗਈ ਜੀ। ਦੂਜਾ ਇਹਦੇ ਵਿੱਚ ਸਾਡੀ ਮਟੀਰੀਅਲ ਜੋ ਮਨਰੇਗਾ ਦਾ ਬਣਿਆ ਉਹਦੀ ਗੱਲ ਕਰ ਲਈ ਪ੍ਰਧਾਨ ਸਾਹਿਬ ਨੇ। ਬਿਲਕੁਲ ਬਾਕੀ ਅਸੀਂ ਹੁਣ ਇੱਥੇ ਕੁਝ ਮੀਟਿੰਗ ਦੇ ਵਿੱਚ ਕੁਝ ਮੁੱਦੇ ਰੱਖਾਂਗੇ ਜੋ ਅਸੀਂ ADC ਸਾਹਿਬ ਨੂੰ, ਸਾਡੇ MLA ਸਾਹਿਬਾਨ ਨੂੰ, ਅਸੀਂ BDO ਦਫ਼ਤਰ ਤੱਕ ਇੱਕ ਰਿਟਨ ਦੇ ਵਿੱਚ ਦੇਣ ਜਾ ਰਹੇ ਹਾਂ ਵੀ ਜੋ ਸਾਡੀਆਂ ਸਮੱਸਿਆ ਹੈ ਉਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਹੱਲ ਕਰਿਆ ਜਾਵੇ। ਜੇ ਹੁਣ ਇੱਕ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ, ਪਿੰਡ ਦੇ ਸਰਪੰਚ, ਪੰਚਾਇਤਾਂ ਇਹ ਚੀਜ਼ਾਂ ਪਿੰਡ ਦੇ ਵਿੱਚ ਜਾ ਕੇ ਸਕੀਮਾਂ ਨੂੰ ਜਾਗਰੂਕ ਨਹੀਂ ਕਰਨਗੀਆਂ ਤਾਂ ਇਹ ਇੱਕ ਪਿੰਡਾਂ ਦਾ ਬਹੁਤ ਵੱਡਾ ਲਾਸ ਹੈ। ਬਿਲਕੁਲ ਜੀ, ਬਿਲਕੁਲ। ਸਰਪੰਚ ਸਾਹਿਬ ਨੇ ਦੱਸਿਆ ਕਿ ਜਿਹੜੀ ਮਤਲਬ ਗ੍ਰਾਂਟ ਆਈ ਹੈ ਉਹ ਵੀ ਵਾਪਸ ਚਲੇ ਜਾਣੀ। ਆਪਣੇ ਆਪ ਵਿੱਚ ਬੜੀ ਮੰਦਭਾਗੀ ਇਹ ਖਬਰ ਹੈ ਕਿ ਸਰਕਾਰ ਵੱਲੋਂ ਪੈਸਾ ਦਿੱਤਾ ਗਿਆ ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਮਟੀਰੀਅਲ ਰੱਦ ਕਰਕੇ ਉਸ ਦੀ ਵਾਪਸੀ ਹੋ ਚੁੱਕੀ ਹੈ। ਔਰ ਹੋਰ ਵੀ ਮੇਰੇ ਨਾਲ ਸਰਪੰਚ ਵੀਰ ਬੈਠੇ ਨੇ, ਉਹਨਾਂ ਨਾਲ ਵੀ ਇਸ ਵਿਸ਼ੇ ਤੇ ਕਰਦੇ ਹਾਂ ਗੱਲਬਾਤ ਔਰ ਸੁਣਦੇ ਹਾਂ ਕਿ ਆਖਰ ਉਹ ਕੇਂਦਰ ਸਰਕਾਰ ਤੋਂ ਕੀ ਹੋਰ ਮੰਗ ਕਰਦੇ ਨੇ। ਅਗਲੀ ਕੜੀ ਵਿੱਚ ਸਰਪੰਚ ਭੁਪਿੰਦਰ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਆਖਰ ਉਹਨਾਂ ਨੇ ਗੱਲ ਕੀਤੀ ਹੈ ਆਪਣੇ ਦੋਸਤਾਂ ਦੇ ਨਾਲ ਕਿ ਅਸੀਂ ਸਰਕਾਰ ਤੋਂ ਨਾ ਖੁਸ਼ ਹੈ। ਕਿਸ ਤਰ੍ਹਾਂ ਖੁਸ਼ ਨਹੀਂ ਹੋ ਤੁਸੀਂ ਸਰਕਾਰ? ਖੁਸ਼ ਐਸ ਕਰਕੇ ਨਹੀਂ ਹੈ ਜੀ। ਦੇਖੋ, ਸਰਪੰਚੀ ਲਈ ਵੀ ਕੋਈ ਪਿੰਡ ਦਾ ਕਰਕੇ ਦਿਖਾਵਾਂਗੇ, ਪਰ ਜਦ ਸਰਕਾਰ ਵੱਲੋਂ ਕੁਝ ਮਿਲਦਾ ਨਹੀਂ ਤਾਂ ਕਰੂੰਗੇ ਕੀ। ਪਿੰਡਾਂ ਦੇ ਲੋਕ ਸਾਨੂੰ ਗਾਲਾਂ ਕੱਢਦੇ ਨੇ ਵੀ ਤੁਹਾਡੇ ਕੋਲ ਸਰਪੰਚੀ ਦਈ, ਤੁਹਾਨੂੰ ਮਾਣ ਬਖਸ਼ ਕੇ ਸਰਪੰਚੀ ਦਈ ਹੈ, ਤੁਸੀਂ ਪਿੰਡ ਦਾ ਕੋਈ ਸੁਧਾਰ ਕਰ ਨਹੀਂ ਰਹੇ। ਤੇ ਅਸੀਂ ਲੋਕਾਂ ਨੂੰ ਕਿਆ ਜਵਾਬ ਦਈਏ ਦੱਸੋ? ਬਿਲਕੁਲ, ਜੇ ਕੁਝ ਪੱਲੇ ਪਊ ਅਸੀਂ ਤਾਂ ਹੀ ਕੋਈ ਕਰਾਂਗੇ ਜੀ। ਪੈਸੇ ਵੀ ਵਾਪਸ ਹੋ ਚੁੱਕੇ ਨੇ ਤੁਹਾਡੇ? ਪੈਸੇ ਸਾਡੇ ਨਰੇਗਾ ਮੇਰਾ 5 ਲੱਖ ਰੁਪਈਆ ਵਾਪਸ ਮੁੜ ਗਿਆ ਜੀ, ਜਿਹੜਾ ਕਿ 1 ਮਹੀਨਾ ਪਹਿਲਾਂ ਅਸੀਂ ਸਾਰਾ ਕੁਝ ਡਾਕੂਮੈਂਟ ਆਨਲਾਈਨ ਕਰਤੇ ਤੇ ਜੀ। ਫੋਟੋਆਂ ਵੀ ਖਿੱਚ ਲਏ ਗਲੀਆਂ ਦੀਆਂ ਜੀ। ਸਾਨੂੰ 15 ਤਰੀਕ ਨੂੰ ਲਾਸਟ ਦੱਸਿਆ ਵੀ ਅੱਜ ਲਾਸਟ ਦਿਨ ਹੈ, ਵੀ ਅੱਜ ਕਰ ਲਓ ਜਿਹੜਾ ਕੋਈ ਕਰਨਾ। ਇੱਕ ਦਿਨ 'ਚ ਬੰਦਾ ਕੀ ਕਰ ਸਕਦਾ ਦੱਸੋ ਤੁਸੀਂ? ਬਿਲਕੁਲ ਹਫ਼ਤਾ 10 ਦਿਨ ਦਾ ਟਾਈਮ ਤਾਂ ਦੇਣਾ ਚਾਹੀਦਾ। ਉਹ ਸਾਡਾ ਕੰਮ ਸਾਰਾ ਉੱਕਣੇ ਹੀ ਖੜ ਗਿਆ ਜੀ ਵਿਚਾਲੇ ਜੀ। ਕੀ ਮੰਗ ਕਰਦੇ ਹੋ ਹੁਣ ਸਰਕਾਰ? ਸਾਨੂੰ ਉਹ ਪੈਸੇ ਮਿਲਣੇ ਚਾਹੀਦੇ ਨੇ ਜੀ, ਜਿਹੜੇ ਸਾਡੇ ਪੈਸੇ ਵਾਪਸ ਮੁੜੇ ਨੇ ਸਾਨੂੰ ਉਹ ਮਿਲਣੇ ਚਾਹੀਦੇ ਨੇ ਤਾਂ ਕਿ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ। ਬਿਲਕੁਲ ਜੀ, ਇਹਨਾਂ ਦੀ ਡਿਮਾਂਡ ਹੈ ਕਿ ਪਿੰਡ ਦਾ ਵਿਕਾਸ ਤਾਂ ਹੀ ਹੋਏਗਾ ਜੇਕਰ ਸਾਡੇ ਪੈਸੇ ਵਾਪਸ ਹੋਏ, ਸਾਨੂੰ ਮਿਲਣਗੇ। ਔਰ ਉਹੀ ਗੱਲ ਤਾਂ ਉਹੀ ਹੋ ਗਈ ਵੀ ਕਿਤੇ ਨਾ ਕਿਤੇ ਇਹਨਾਂ ਵੱਲੋਂ ਪੂਰੇ ਕਾਗਜ਼ ਭਰ ਦਿੱਤੇ ਗਏ ਆ ਲੇਕਿਨ ਇਹਨਾਂ ਤੱਕ ਪੂਰੇ ਕਾਗਜ਼ਾਂ ਦੀ ਜਿਹੜੀ ਅਮਾਉਂਟ ਉਹ ਅਜੇ ਤੱਕ ਨਹੀਂ ਪਹੁੰਚੀ।
ਕੀ ਰਾਜ ਤੁਹਾਡਾ? ਮੈਂ ਬਲਵਿੰਦਰ ਸਿੰਘ ਜੀ, ਸਰਪੰਚ ਪਿੰਡ ਖਾਨਪੁਰ ਵੀੜ। ਹਾਂਜੀ, ਕੀ ਤੁਹਾਡੀਆਂ ਕੀ ਮੁਸ਼ਕਲਾਂ ਹੈਗੀਆਂ ਨੇ? ਤੁਸੀਂ ਪਹਿਲੀ ਟਰਮ ਸਰਪੰਚ ਦੋ ਵਾਰ ਸਰਪੰਚ ਬਣੇ? ਮੈਂ ਦੂਜੀ ਵਾਰ ਹੈ ਜੀ। ਪਿਛਲੇ ਮੈਂ ਤਾਂ ਜੀ ਸੰਮਤੀ ਦੇ ਨਾਲ, ਸਰਬਸੰਮਤੀ ਨਾਲ ਹੁਣ ਵਾਈਫ ਹੈ ਜੀ। ਅੱਛਾ ਤੇ ਉਹਦੇ ਪਹਿਲਾਂ ਵੀ ਸਾਡੇ ਰਿਜ਼ਰਵੇਸ਼ਨ ਸੀ, ਉਹ ਵੀ ਮੇਰਾ ਹੀ ਮਤਲਬ ਬੰਦਾ। ਅੱਛਾ, ਕੀ ਮੁਸ਼ਕਲਾਂ ਨੇ ਤੁਹਾਨੂੰ? ਮੁਸ਼ਕਲਾਂ ਤਾਂ ਇਹ ਹੈ ਜੀ, ਅਸੀਂ 25 ਸਾਲ ਤੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਜੀ। ਹਾਂ, ਮਤਲਬ ਹਰੇਕ ਉਹਦੇ ਵਿੱਚ ਅੱਗੇ ਹੋ ਕੇ ਕੰਮ ਕਰੀਦਾ ਜੀ। ਪਰ ਹੁਣ ਅਸੀਂ ਤੁਹਾਡੇ ਜਰੀਏ ਸੱਚੇ ਮਨ ਨਾਲ ਕਹਿੰਦੇ ਆ ਵੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਜੀ। ਕੋਈ ਸਾਡੀ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਬੁੱਤ ਨਹੀਂ ਹੈਗੀ ਜੀ। ਵੀ ਜਿਵੇਂ ਆਪਣੀ ਸਰਕਾਰ ਹੁੰਦੇ ਹੋਏ ਸਤਿਕਾਰ ਮਿਲਣਾ ਚਾਹੀਦਾ, ਕੋਈ ਨਹੀਂ ਮਿਲਦਾ ਹੈਗਾ ਜੀ। ਇਹਨਾਂ ਨੂੰ ਤਾਂ ਸਾਨੂੰ ਕੋਈ ਬਗਾਨੀਆਂ ਸਰਕਾਰਾਂ ਹੀ ਚੰਗੀਆਂ ਜੀ। ਅੱਛਾ, ਆਪਣੀ ਸਰਕਾਰ ਤੋਂ ਨਾ ਖੁਸ਼ ਹੋ ਨਾ ਜੀ, ਇਸ ਟਾਈਮ ਅਸੀਂ ਨਾ ਖੁਸ਼ ਹਾਂ ਜੀ, ਜਦੋਂ ਸਾਡੀ ਕੋਈ ਸੁਣਾਈ ਓ ਨਹੀਂ ਹੁੰਦੀ ਹੈਗੀ ਜੀ ਚੁਣੇ ਹੋਏ ਨੁਮਾਇੰਦੇ ਦੀ ਜੀ। ਅਸੀਂ ਕੱਲ੍ਹ ਨੂੰ ਪਿੰਡਾਂ ਦੇ ਕਿਹੜਾ ਮੂੰਹ ਲੈ ਕੇ ਜਾਊਂਗੇ ਜੀ ਵੋਟਾਂ ਮੰਗਣ ਉਹਨਾਂ ਕੋਲੋਂ, ਜਿਨ੍ਹਾਂ ਦੇ ਕੋਲੋਂ ਅਸੀਂ ਹੱਥ ਬੰਨ੍ਹ ਕੇ ਆਪਣੇ ਰਿਸ਼ਤੇਦਾਰਾਂ ਕੋਲੋਂ ਜਾ ਕੇ ਵੀ ਵੋਟਾਂ ਪਾਈਆਂ ਜੀ। ਅੱਜ ਉਹ ਸਾਨੂੰ ਕਹਿੰਦੇ ਸਾਡਾ ਆਹ ਕੰਮ, ਜਿਹੜੇ ਬੰਦੇ ਐਂਟੀ ਪਤਾ ਵੀ ਹੈ ਜੀ, ਐਂਟੀ ਉਹਨਾਂ ਨੂੰ ਵੋਟਾਂ ਪਾਈਆਂ ਜੀ, ਐਂਟੀ ਉਹਦੇ ਨਾਲ ਚੱਲੇ ਆ ਜੀ, ਉਹਨਾਂ ਦੀ ਅੱਜ ਸੁਣਾਈ ਹੁੰਦੀ ਹੈ। ਜਿਹੜੇ ਨਾਲ ਜੁੜੇ ਹੋਏ ਆ ਉਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਹੈ। ਥੈਂਕ ਯੂ। ਕੀ ਨਾਮ ਜੀ ਤੁਹਾਡਾ? ਹਰਚੰਦ ਸਿੰਘ ਜੀ। ਹਰਚੰਦ ਸਿੰਘ ਜੀ, ਕੀ ਮੁਸ਼ਕਲਾਂ ਨੇ? ਮਤਲਬ ਤੁਸੀਂ ਕਾਂਗਰਸ ਪਾਰਟੀ 'ਚ ਤੁਸੀਂ ਬਤੌਰ ਕੰਮ ਕਰਦੇ ਹੋ, ਕੀ ਮੁਸ਼ਕਲਾਂ ਤੁਹਾਨੂੰ ਆ ਰਹੀਆਂ ਨੇ? ਸਾਨੂੰ ਮੁਸ਼ਕਲਾਂ ਆ ਰਹੀਆਂ ਜੀ, ਜਿਹੜਾ ਮਤਲਬ ਪਾਣੀ ਹੈ ਸਾਡਾ, ਹਾਂ, ਉਹ ਰੁਕਿਆ ਖੜਿਆ ਜੀ ਟੁੱਬੇ ਦਾ। ਅੱਛਾ, ਉਹਦਾ ਪਾਣੀ ਦਾ ਅਸੀਂ ਹੱਲ ਕਰਨਾ ਚਾਹੁੰਦੇ ਵੀ ਕਿਧਰੇ ਨਾ ਕਿਧਰੇ ਨਿਕਲੇ। ਨਹੀਂ, ਕਾਂਗਰਸ ਪਾਰਟੀ ਕੀ ਕਹਿੰਦੀ ਆ ਹੁਣ? ਕਾਂਗਰਸ ਪਾਰਟੀ ਜੇ ਪੈਸਾ ਦੇਊਗੀ ਤਾਂ ਹੀ ਹੋਊਗਾ ਜੀ। ਕੋਈ ਕੰਮ ਨਹੀਂ ਹੋ ਰਿਹਾ ਹੈ? ਨਹੀਂ, ਕੋਈ ਕੰਮ ਨਹੀਂ ਰੁਕੇ ਪਏ ਜੀ। ਖੁਸ਼ ਨਹੀਂ ਹੈ? ਨਾ ਜੀ। ਅੱਛਾ, ਠੀਕ ਹੈ। ਅੱਛਾ, ਕੀ ਨਾਂ ਜੀ? ਨਾ, ਮੇਰਾ ਨਾਮ ਪ੍ਰਿਤਪਾਲ ਸਿੰਘ, ਐਕਸ ਸਰਪੰਚ ਮਨੇੜਾ ਜੱਟਾਂ। ਅੱਛਾ, ਸਰਪੰਚ ਸਾਹਿਬ, ਕੀ ਦਿੱਕਤਾਂ ਨੇ ਤੁਹਾਡੇ ਮਨੇੜੇ ਪਿੰਡ ਦੇ ਵਿੱਚ? ਕਿਹੜੀ ਕਿਹੜੀ ਚੀਜ਼ ਨੂੰ ਕੀ ਦਿੱਕਤਾਂ ਨੇ? ਮੇਰੇ ਕੋਲ ਤਾਂ ਸਿੱਖ ਨਰੇਗਾ ਸਕੀਮ ਜਿਹੜੀ ਚੱਲ ਰਹੀ ਹੈ ਇਹ, ਮੈਨੂੰ ਤਾਂ ਅੱਜ ਤੱਕ ਕਹਿੰਦਾ 2016 ਤੋਂ ਮੇਰੀ ਲੇਬਰ ਲਾਈ ਹੋਈ ਹੈ, 15-16 ਤੋਂ ਮੈਨੂੰ ਇੱਕ ਪੈਸਾ ਵੀ ਮਟੀਰੀਅਲ ਹੈ ਉਹ ਮੈਨੂੰ ਨਹੀਂ ਮਿਲਿਆ। ਕਿ ਮੈਂ ਕੰਮ ਕਰਨ ਵਿੱਚ ਮਹਾਰਾਂ ਪੂਰਾ ਹੈ ਸਰਪੰਚੀ ਦਾ, ਕਿਉਂਕਿ ਮੈਂ 1993 ਤੋਂ ਲੈ ਕੇ ਹੁਣ ਤੱਕ ਕਦੇ ਮਿਸੇਜ ਕਦੇ ਮੈਂ ਆਪ ਬਣਦਾ ਰਿਹਾ। ਇਸ ਵਾਰੀ ਮੇਰੀ ਮਿਸੇਜ ਸਰਪੰਚ, ਠੀਕ ਹੈ, ਮੈਂ ਮੈਂਬਰ ਪੰਚਾਇਤਾਂ ਵਿੱਚ। ਅੱਛਾ, ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ? ਜੇ ਹੁਣ ਦੇ ਟਾਈਮ ਤਾਂ ਅਸੀਂ ਕਾਂਗਰਸ ਨਾਲੇ ਰੱਖ ਰਹੇ ਹਾਂ। ਅੱਛਾ, ਪਤਾ ਖੁਸ਼ ਨਹੀਂ ਕਾਂਗਰਸ ਤੋਂ ਹੈ ਜੀ? ਨਹੀਂ, ਠੀਕ ਆ, ਖੁਸ਼ ਤਾਂ ਹੈਗੇ, ਪਰ ਜੇ ਸਾਡਾ ਹੀ ਨੁਕਸਾਨ ਹੋਊਗਾ ਫਿਰ ਅਸੀਂ ਕਿਵੇਂ ਖੁਸ਼ ਹੋਵਾਂਗੇ? ਸੋ ਦੋਸਤੋ, ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਤਕਰੀਬਨ 35 ਪਿੰਡਾਂ ਦੇ ਸਰਪੰਚਾਂ ਨੇ ਇੱਕ ਮੀਟਿੰਗ ਕੀਤੀ ਹੈ। ਇਹ ਕਾਂਗਰਸੀ ਸਰਪੰਚ ਨੇ ਔਰ ਮੇਰੇ ਨਾਲ ਖੁਦ ਸਰਦਾਰ ਗੁਰਮੇਲ ਸਿੰਘ ਜੀ ਚੇਅਰਮੈਨ ਸਾਹਿਬ ਜੁੜੇ ਹੋਏ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਕਾਂਗਰਸੀ ਸਰਪੰਚਾਂ ਦੀ ਕੀ ਨਾਰਾਜ਼ਗੀ ਹੈ ਔਰ ਸਰਕਾਰ ਦੇ ਕੋਲੋਂ ਕਿਸ ਤਰ੍ਹਾਂ ਦੀ ਇਹ ਮੰਗ ਕਰ ਰਹੇ ਨੇ, ਕਿਉਂਕਿ ਚੇਅਰਮੈਨ ਸਾਹਿਬ ਨੂੰ ਇੱਕ ਪਰਿਵਾਰ ਦਾ ਮੁਖੀ ਚੁਣਿਆ ਹੈ ਔਰ ਜਦੋਂ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਪਰਿਵਾਰ ਦੇ ਮੁਖੀ ਨੂੰ ਹੀ ਦੱਸਿਆ ਜਾਂਦਾ ਹੈ। ਹੁਣ ਪਰਿਵਾਰ ਦੇ ਮੁਖੀ ਦੀ ਡਿਊਟੀ ਬਣਦੀ ਹੈ ਕਿ ਉਹ ਕਿਸ ਤਰ੍ਹਾਂ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ। ਖੁਦ ਚੇਅਰਮੈਨ ਸਾਹਿਬ ਮੇਰੇ ਨਾਲ ਜੁੜੇ ਹੋਏ ਨੇ। ਚੇਅਰਮੈਨ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਇਹ ਪਿੰਡਾਂ ਦੇ ਸਰਪੰਚ ਨੇ, ਤਕਰੀਬਨ 35 ਪਿੰਡਾਂ ਦੇ ਸਰਪੰਚ ਨੇ। ਇਹਨਾਂ ਦੀ ਇੱਕ ਸਮੱਸਿਆ ਹੈ, ਬੜੀ ਮਤਲਬ ਗੰਭੀਰ ਸਮੱਸਿਆ ਹੈ, ਜੋ ਸਿੱਧੇ ਦੇ ਸਿੱਧੀ ਕੇਂਦਰ ਸਰਕਾਰ ਨਾਲ ਰਿਲੇਟਡ ਹੈ ਕਿ 5-5 ਲੱਖ ਰੁਪਈਆ ਇੱਕ ਪਿੰਡ ਦਾ ਵਾਪਸ ਜਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਤਲਬ ਘਾਟੇ ਭਰੀ ਗੱਲ ਹੈ। ਇਹ ਜੋ ਮਨਰੇਗਾ ਦਾ ਜੋ ਮਟੀਰੀਅਲ ਜਨਰੇਟ ਹੁੰਦਾ ਹੈ, ਇਹ ਲੇਬਰ ਲੱਗਣ ਤੋਂ ਬਾਅਦ ਹੀ ਹੁੰਦਾ ਹੈ ਜੀ। ਇਸ ਦੇ ਵਿੱਚ ਵੈਂਡਰਾਂ ਨੂੰ ਦਿੱਤੇ ਜਾਂਦੇ ਆ, ਪਿੰਡਾਂ ਵਾਈਜ਼ ਵੈਂਡਰ ਵੰਡੇ ਜਾਂਦੇ ਆ ਵੀ ਇਹ ਪਿੰਡ ਦਾ ਮਟੀਰੀਅਲ ਹੈ, ਵੈਂਡਰ ਨੇ ਦੇਣਾ, ਇਹਦਾ ਇਹਨੇ ਦੇਣਾ। ਰਾਈਟ ਸਰ। ਇਸ ਦੇ ਵਿੱਚ ਕੁਝ ਵੈਂਡਰਾਂ ਨੇ ਪਿੱਛੇ ਉਹ ਜਿਹੜਾ ਮਟੀਰੀਅਲ ਆ ਲੇਟ ਕਰਤਾ, ਕਿਉਂਕਿ ਪਹਿਲਾਂ ਇਹਨਾਂ ਨੇ ਜਿਹੜਾ ਮਟੀਰੀਅਲ ਜਨਰੇਟ ਹੋਣਾ ਸੀ ਉਹ ਨਹੀਂ ਕੀਤਾ, ਬਾਅਦ 'ਚ ਜੇ ਹੋਇਆ ਫਿਰ ਉਹ ਕੁਝ ਵੈਂਡਰ ਸਪਲਾਈ ਨਹੀਂ ਦੇ ਸਕੇ। ਇਸ ਕਰਕੇ ਇੱਕ ਤਾਂ ਇਹ ਜਿਹੜਾ ਹੈਗਾ ਮੇਨ ਮੁੱਦਾ ਬਣਿਆ। ਅਸੀਂ ਵੈਂਡਰਾਂ ਨੂੰ ਬਲਾਕ ਵੱਲੋਂ ਚਿੱਠੀ ਵੀ ਕੱਢੀ ਵੀ ਤੁਸੀਂ ਇਹਨਾਂ ਦਾ ਮਟੀਰੀਅਲ ਜਲਦ ਤੋਂ ਜਲਦ ਪਹੁੰਚਾਓ ਤਾਂ ਕਿ ਕੋਈ ਪੈਸਾ ਲੈਪਸ ਨਾ ਹੋਵੇ ਜੀ। ਪਰੰਤੂ ਸਾਡੇ ਕਹਿਣ ਦੇ ਬਾਵਜੂਦ ਵੀ ਉਹ ਮਟੀਰੀਅਲ ਪੂਰਾ ਨਹੀਂ ਕਰ ਸਕਿਆ ਜੀ, ਤੇ ਇਸ ਕਰਕੇ ਇਸ ਨੂੰ ਸਸਪੈਂਡ ਕੀਤਾ ਗਿਆ। ਤੇ ਚੇਅਰਮੈਨ ਸਾਹਿਬ, ਹੁਣ ਤੇ ਜਿਹੜੀ ਬਾਜ਼ੀ ਹੈ ਉਹ ਪਲਟ ਗਈ ਹੈ। 5-5 ਲੱਖ ਬਹੁਤ ਵੱਡਾ ਘਾਟਾ ਹੈ ਸਾਰੇ। ਇਹ ਤੁਸੀਂ ਵੀ ਮਹਿਸੂਸ ਕਰਦੇ ਹੋ ਕਿਉਂਕਿ ਤੁਸੀਂ ਵੀ ਜ਼ਿੰਦਗੀ ਦਾ ਸ਼ੁਰੂਆਤ ਰਾਜਨੀਤੀ ਤੋਂ ਕੀਤੀ ਹੈ। ਇੱਕ ਪੈਸਾ ਜਿਹੜਾ ਸਰਕਾਰ ਦਾ ਉਹ ਜੇ ਲੱਗਦਾ ਨਜ਼ਰ ਆਉਂਦਾ ਵੀ ਹੈ, ਲੇਕਿਨ ਅੱਜ ਕਮੀ ਕਿੱਥੇ ਰਹਿ ਗਈ ਹੈ ਸਾਰੇ? ਦੇਖੋ ਸਰ, ਗੱਲ ਇਸ ਤਰ੍ਹਾਂ, ਵੈਂਡਰ ਥੋੜੇ ਸੀ, ਪਿੰਡ ਜ਼ਿਆਦਾ ਸੀ, 86 ਪਿੰਡ ਸੀ। ਇਸ ਕਰਕੇ ਵੈਂਡਰ ਹੋਰ ਮੰਗੇ ਵੀ ਵੈਂਡਰ ਨਹੀਂ ਮਿਲੇ, ਤੇ ਜਿਹੜੀ ਇਹ ਪੇਮੈਂਟ ਹੈ ਵੈਂਡਰਾਂ ਦੀ ਇਹ ਲੇਟ ਹੋ ਜਾਂਦੀ ਹੈ, ਸਾਲ ਬਾਅਦ ਨਿਕਲ ਜਾਂਦਾ ਪੇਮੈਂਟ ਹੋਣ ਨੂੰ। ਇਸ ਕਰਕੇ ਮੇਰੀ ਇਹ ਪੁਰਜ਼ੋਰ ਬੇਨਤੀ ਹੈ ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਵੀ, ਇਹਨਾਂ ਦੀ ਜੋ ਵੈਂਡਰਾਂ ਦੀ ਪੇਮੈਂਟ ਹੈ ਇਹ ਰਨਿੰਗ ਪੇਮੈਂਟ ਕੀਤੀ ਜਾਵੇ। ਜਿੰਨਾ ਇਹ ਕੰਮ ਕਰਦੇ ਨੇ 10% ਉਹਦੀ ਕਟੌਤੀ ਕਰਕੇ ਸਿਕਿਉਰਿਟੀ ਰੱਖ ਕੇ ਬਾਕੀ ਪੇਮੈਂਟ ਇਹਨਾਂ ਨੂੰ ਨਾਲ ਦੀ ਨਾਲ ਕੀਤੀ ਜਾ ਸਕੇ ਤਾਂ ਕਿ ਕੋਈ ਵੀ ਪੈਸਾ ਜਿਹੜਾ ਉਹ ਲੈਪਸ ਨਾ ਹੋਵੇ। ਕੁਝ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ, ਉਹ ਪ੍ਰਸ਼ਾਸਨ ਤੋਂ ਵੀ ਥੋੜੇ ਜਿਹੇ ਪਰੇਸ਼ਾਨ ਨੇ। ਕਹਿੰਦੇ ਪ੍ਰਸ਼ਾਸਨ ਸਾਨੂੰ ਸਾਥ ਨਹੀਂ ਦੇ ਰਿਹਾ। ਹਾਲਾਂਕਿ ਸਾਰੇ ਪ੍ਰਸ਼ਾਸਨ ਬਾਰੇ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਕੁਝ ਇੱਕ ਪ੍ਰਸ਼ਾਸਨ ਦੇ ਬੰਦੇ ਨੇ ਜੋ ਸਾਡਾ ਮਤਲਬ ਸਾਥ ਨਹੀਂ ਦੇ ਰਹੇ।
ਦੇਖੋ ਜਿਹੜਾ ਮੇਰੇ ਧਿਆਨ ਵਿੱਚ ਆਊਗਾ ਵੀ ਜੋ ਵੀ ਪ੍ਰਸ਼ਾਸਨ ਜੋ ਵੀ ਅਧਿਕਾਰੀ ਸਾਥ ਨਹੀਂ ਦੇਊਗਾ ਉਸ ਦੇ ਅਸੀਂ ਤੁਰੰਤ ਐਮਐਲਏ ਸਾਹਿਬ ਨਾਲ ਸਲਾਹ ਕਰਕੇ ਉਸ ਤੇ ਕਾਰਵਾਈ ਕੀਤੀ ਜਾਊਗੀ ਤੇ ਵਿਸ਼ਵਾਸ ਦਿਵਾਉਣਾ ਸਰਪੰਚਾਂ ਨੂੰ ਵੀ ਕੋਈ ਐਦਾਂ ਦੀ ਗੱਲ ਨਹੀਂ ਹੋਊਗੀ। ਜੇ ਕੋਈ ਕਰਦਾ ਤਾਂ ਮੇਰੇ ਧਿਆਨ 'ਚ ਲਿਆਉਣ, ਮੈਂ ਹਰ ਟਾਈਮ ਹਾਜ਼ਰ ਹਾਂ। ਹੁਣ ਤੱਕ ਤੁਸੀਂ ਚੇਅਰਮੈਨ ਸਾਹਿਬ ਕਿਸੇ ਦੇ ਖਿਲਾਫ ਲਿਖ ਕੇ ਦਿੱਤਾ ਹੈ, ਔਰ ਉਹ ਜੇ ਲਿਖ ਕੇ ਦਿੱਤਾ ਤਾਂ ਉਹਦੇ ਖਿਲਾਫ ਕੀ ਐਕਸ਼ਨ ਹੋਇਆ ਸਰ ਅਜੇ ਦੇਖੋ ਸਾਨੂੰ ਵੀ ਆਇਆਂ ਨੂੰ ਪਹਿਲਾਂ 1 ਸਾਲ ਇਲੈਕਸ਼ਨ ਨਹੀਂ ਹੋ ਸਕੀ, ਬਿਲਕੁਲ ਇਹ ਥੋੜੇ ਸਮਾਂ ਮਿਲਿਆ ਸਾਨੂੰ ਜੀ। ਅਸੀਂ ਉਹ ਮੈਂਬਰਾਂ ਦੇ ਖਿਲਾਫ ਜਿੰਨਾ ਮਾੜਾ ਮੋਟਾ ਲਿਖਿਆ ਸੀ 1-2 ਟ੍ਰਾਂਸਫਰ ਕੀਤੇ ਗਏ ਆ। ਜੀ ਸਰ, ਜੋ ਐਕਸ਼ਨ ਆ ਜੋ ਹੁਣ ਅਸੀਂ ਬਣਦਾ ਉਹ ਅੱਗੇ ਕਰ ਰਹੇ ਹਾਂ, ਕਾਰਵਾਈ ਜੋ ਬਣਦੀ ਹੋਵੇਗੀ। ਜੋ ਨਹੀਂ ਸਮਝੇਗਾ ਕਰਮਚਾਰੀ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਬਿਲਕੁਲ ਜੀ ਬਿਲਕੁਲ। ਮੇਰੇ ਨਾਲ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਜੀ ਜੁੜੇ ਸਨ, ਜਿਨ੍ਹਾਂ ਨੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਕਿ ਜੇ ਵਰਕਰ ਖੁਸ਼ ਨਹੀਂ ਹੈ, ਪਿੰਡ ਦੀ ਪੰਚਾਇਤ ਖੁਸ਼ ਨਹੀਂ ਹੈ, ਤੇ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ। ਉਹਨਾਂ ਨੇ ਕੇਂਦਰ ਸਰਕਾਰ ਦੀਆਂ ਜੋ ਮਤਲਬ ਗ੍ਰਾਂਟ ਗਈ ਹੈ ਉਸ ਤੇ ਵੀ ਐਕਸ਼ਨ ਲਿਆ ਹੈ, ਔਰ ਜਿਨ੍ਹਾਂ ਦੇ ਪ੍ਰਸ਼ਾਸਨ ਦੇ ਵਿੱਚ ਕੁਝ ਇੱਕ ਅਧਿਕਾਰੀ ਬੈਠੇ ਹੋਏ ਨੇ ਜੋ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨਾਲ ਠੀਕ ਤਰ੍ਹਾਂ ਰਾਬਤਾ ਨਹੀਂ ਕਾਇਮ ਕਰ ਰਹੇ, ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਨੇ। ਮਤਲਬ ਪਰਿਵਾਰਿਕ ਮੁਖੀ ਜਿਹੜਾ ਹੈ ਉਹ ਪੂਰਾ ਐਕਸ਼ਨ ਦੇ ਵਿੱਚ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਖਬਰ ਤੇ ਰਹੇਗੀ ਪੰਜਾਬੀ ਸਰਗਰਮੀਆਂ ਦੀ ਨਜ਼ਰ। ਤੁਸੀਂ ਜੁੜੇ ਰਹੋ ਉਦੋਂ ਤੱਕ ਪੰਜਾਬੀ ਸਰਗਰਮੀਆਂ ਦੇ ਨਾਲ। ਸੋ ਦੋਸਤੋ, ਤੁਸੀਂ ਸੁਣਿਆ ਇਹਨਾਂ ਦੀ ਜ਼ੁਬਾਨ ਦੇ ਵਿੱਚੋਂ, ਔਰ ਵੱਡੀ ਗੱਲ ਇਹ ਹੈ ਦੋਸਤੋ ਕਿ ਆਪਣੀ ਸਰਕਾਰ ਹੋਵੇ, ਆਪਣੀ ਸਰਕਾਰ ਤੋਂ ਹੀ ਉਹ ਨੁਮਾਇੰਦੇ ਜਿਹੜੇ ਪਿੰਡ-ਪਿੰਡ ਜਾ ਕੇ ਆਪਣੀ ਸਰਕਾਰ ਲਈ ਜਿਨ੍ਹਾਂ ਨੇ ਵੋਟਾਂ ਮੰਗੀਆਂ ਨੇ, ਅੱਜ ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੋਣੀ ਚਾਹੀਦੀ ਸੀ ਉਹ ਖੁਸ਼ੀ ਨਜ਼ਰ ਨਹੀਂ ਆਈ। ਸਰਕਾਰ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ ਕਿ ਜੇਕਰ ਪਿੰਡ ਦਾ ਸਰਪੰਚ ਹੀ ਖੁਸ਼ ਨਹੀਂ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਵੋਟਾਂ ਦਾ ਜਿਹੜਾ ਸਿਲਸਿਲਾ ਕਿਸ ਤਰ੍ਹਾਂ ਕੰਟੀਨਿਊ ਰਹੇਗਾ। ਔਰ ਦੂਜੇ ਪਾਸੇ ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਜਿਹੜੀ ਸਭ ਤੋਂ ਵੱਡੀ ਕੀਤੀ ਹੈ ਉਹ ਕੀਤੀ ਹੈ ਜੀ ਕੇਂਦਰ ਸਰਕਾਰ ਦੀ, ਜੋ ਮਨਰੇਗਾ ਦਾ ਆਇਆ ਹੋਇਆ ਪੈਸਾ ਜਿਹੜਾ ਹੈ ਉਹ ਵਾਪਸ ਗਿਆ ਹੈ। ਔਰ ਪ੍ਰਸ਼ਾਸਨ ਤੋਂ ਵੀ ਕਾਂਗਰਸੀ ਜਿਹੜੇ ਸਰਪੰਚ ਖੁਸ਼ ਨਹੀਂ ਹੈ। ਉਹ ਕਹਿੰਦੇ ਕਿ ਪ੍ਰਸ਼ਾਸਨ ਸਾਡੀ ਪੁੱਛ ਪੜਤਾਲ ਹੀ ਨਹੀਂ ਕਰ ਰਿਹਾ, ਅਸੀਂ ਜਾ ਕੇ ਦੁੱਖ ਸੁਣਾਈਏ ਤਾਂ ਕਿਹਨੂੰ ਸੁਣਾਈਏ। ਬਹਾਦਰ ਸਿੰਘ ਟਿਵਾਣਾ ਦੇ ਨਾਲ ਸੋਮ ਸੋਹਤਾ, ਪੰਜਾਬੀ ਸਰਗਰਮੀਆਂ ਲਈ।